मैं प्रियंका खुराना वोकेशनल ट्रेनर रिटेल गवर्नमेंट सीनियर सैकेंडरी स्कूल फलाही तो बेटा NSQF ਦੇ ट्रेड रिटेल ਦਾ ਇੱਕ ਵਿਸ਼ਾ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਆਫ ਸੇਲ ਐਸੋਸੀਏਟ ਬਾਰੇ ਅੱਜ ਜਾਣਨਾ ਪਾਉਣ ਜਾ ਰਹੀ ਹਾਂ। ਅਸੀਂ ਅੱਜ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਆਫ ਸੇਲ ਐਸੋਸੀਏਟ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਵਿਕਰੀ ਸਹਿਯੋਗੀ ਦੀਆਂ ਸੇਵਾਵਾਂ ਅਤੇ ਜ਼ਿੰਮੇਵਾਰੀਆਂ ਕਹਿ ਸਕਦੇ ਹਾਂ, ਉਹਨਾਂ ਬਾਰੇ ਗੱਲ ਕਰਾਂਗੇ। ਅਸੀਂ ਜਾਣ ਲੈਂਦੇ ਹਾਂ ਕਿ ਇਸ ਛੋਟੇ ਜਿਹੇ ਸੈਸ਼ਨ ਦਾ ਆਬਜੈਕਟਿਵ ਕੀ ਹੈ ਔਰ ਅਸੀਂ ਕੀ ਸਿੱਖ ਪਾਵਾਂਗੇ। ਸਭ ਤੋਂ ਪਹਿਲਾਂ ਅਸੀਂ ਸਿੱਖਾਂਗੇ ਕਿ ਇੱਕ ਸੇਲ ਐਸੋਸੀਏਟ ਹੁੰਦਾ ਕੀ ਹੈ। ਉਸ ਤੋਂ ਬਾਅਦ ਇੱਕ ਸੇਲ ਐਸੋਸੀਏਟ ਨੂੰ ਕਿਹੜੇ ਸਕਿੱਲਸ ਅਤੇ ਕੁਆਲੀਫਿਕੇਸ਼ਨਸ ਦੀ ਲੋੜ ਪੈਂਦੀ ਹੈ ਅਤੇ ਸੇਲ ਐਸੋਸੀਏਟ ਦੀਆਂ ਕੀ ਡਿਊਟੀਜ਼ ਅਤੇ ਰਿਸਪੌਂਸਿਬਿਲਿਟੀਜ਼ ਹੁੰਦੀਆਂ ਹਨ। ਮਤਲਬ ਕਿ ਵਿਕਰੀ ਸਹਿਯੋਗੀ ਸਾਨੂੰ ਕਿਹੜੀਆਂ ਸੇਵਾਵਾਂ ਅਤੇ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਆ ਉਹ ਪੂਰੀਆਂ ਕਰਦੇ ਹੈਗੇ ਆ। ਇਸ ਤੋਂ ਬਾਅਦ ਅੱਗੇ ਚੱਲਦੇ ਹੋਏ ਸਾਡਾ ਸਮਝਣ ਦਾ ਜਿਹੜਾ ਵਿਸ਼ਾ ਹੈਗਾ ਉਹ ਹੈ ਸੇਲ ਐਸੋਸੀਏਟ ਹੁੰਦਾ ਕੀ ਹੈ। ਸੇਲ ਐਸੋਸੀਏਟ ਕੀ ਹੁੰਦਾ ਹੈ ਉਹ ਸਮਝਣ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੋਵੇਗਾ ਕਿ ਸੇਲ ਐਸੋਸੀਏਟ ਜਿਹੜਾ ਹੈ ਉਹ ਜਿਸ ਇੰਡਸਟਰੀ ਤੋਂ ਬਿਲੋਂਗ ਕਰਦਾ ਹੈ ਉਹ ਇੰਡਸਟਰੀ ਕਿਹੜੀ ਹੈ। ਸੇਲ ਐਸੋਸੀਏਟ ਰਿਟੇਲ ਇੰਡਸਟਰੀ ਤੋਂ ਕੰਮ ਕਰਦਾ ਹੈ। ਰਿਟੇਲ ਕੀ ਹੈ? ਰਿਟੇਲ ਉਹ ਹੈ ਜਦੋਂ ਅਸੀਂ ਜਿਹੜੀਆਂ ਵਸਤੂਆਂ ਹਨ, ਸੇਵਾਵਾਂ ਹਨ, ਅਸੀਂ ਆਪਣੇ ਖਪਤਕਾਰ ਤੱਕ ਪਹੁੰਚਾਉਂਦੇ ਹਾਂ, ਆਪਣੇ ਗ੍ਰਾਹਕ ਤੱਕ ਪਹੁੰਚਾਉਂਦੇ ਹਾਂ ਉਹਨਾਂ ਦੇ ਲੋੜ ਦੇ ਅਨੁਸਾਰ। ਸਿੰਪਲ ਸ਼ਬਦਾਂ ਵਿੱਚ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਪ੍ਰੋਸੈਸ ਹੈ। ਰਿਟੇਲ ਇਜ਼ ਅ ਪ੍ਰੋਸੈਸ of selling customer goods or services to the customers through multiple channels of distributions to earn a profit। ਮਤਲਬ ਕਿ ਅਸੀਂ ਪ੍ਰੋਫਿਟ ਕਮਾਉਣ ਦੇ ਲਈ ਥੋੜ੍ਹੀ ਮਾਤਰਾ ਦੇ ਵਿੱਚ ਆਪਣੇ ਕਸਟਮਰਸ ਨੂੰ, ਗ੍ਰਾਹਕਾਂ ਨੂੰ, ਖਪਤਕਾਰਾਂ ਨੂੰ ਅਸੀਂ ਸੇਵਾਵਾਂ ਅਤੇ ਵਸਤੂਆਂ ਵੇਚਦੇ ਹਾਂ ਔਰ ਇਸ ਪੂਰੇ ਇੰਟਾਇਰ ਮਾਰਕੀਟ ਨੂੰ ਅਸੀਂ ਰਿਟੇਲ ਮਾਰਕੀਟ ਕਹਿੰਦੇ ਹਾਂ। ਰਿਟੇਲ ਮਾਰਕੀਟ ਚਲਾਉਣ ਵਾਸਤੇ ਕੁਝ ਕਰਮਚਾਰੀਆਂ ਦੀ ਲੋੜ ਪੈਂਦੀ ਹੈ ਅਤੇ ਉਹਨਾਂ 'ਚੋਂ ਇੱਕ ਕਰਮਚਾਰੀ ਜੋ ਹੈ ਉਹ ਸੇਲ ਐਸੋਸੀਏਟ ਕਹਿਲਾਉਂਦਾ ਹੈ। ਹੁਣ ਜਾਣਨਾ ਇਹ ਚਾਹੀਦਾ ਹੈ ਕਿ ਸੇਲ ਐਸੋਸੀਏਟ ਕੀ ਹੈ। ਕਹਿੰਦੇ ਸੇਲ ਐਸੋਸੀਏਟ ਜਿਹੜਾ ਹੈ ਉਹ ਇੱਕ ਪਰਸਨ ਹੈ, ਉਹ ਇੱਕ ਇਨਸਾਨ ਹੈ, ਉਹ ਇੱਕ ਬੰਦਾ ਹੈ ਹੂ ਇਜ਼ ਰਿਸਪੋਂਸਿਬਲ ਫॉर ਸੈਲਿੰਗ ਦ ਪ੍ਰੋਡਕਟਸ ਔਰ ਸਰਵਿਸਿਜ਼ ਵਾਈਲ ਪ੍ਰੋਵਾਈਡਿੰਗ ਐਕਸਲੈਂਟ ਕਸਟਮਰ ਸਰਵਿਸ, ਜਿਹੜਾ ਕਿ ਵਸਤੂਆਂ ਅਤੇ ਸੇਵਾਵਾਂ ਗ੍ਰਾਹਕ ਤੱਕ ਪਹੁੰਚਾਉਂਦਾ ਹੈ ਅਤੇ ਉਹਨਾਂ ਨੂੰ ਇੱਕ ਅੱਛੀ ਸਰਵਿਸ ਦਿੰਦਾ ਹੈ। ਜਿਹੜਾ ਇੱਕ ਸੇਲ ਐਸੋਸੀਏਟ ਹੁੰਦਾ ਹੈ ਉਹ ਇੱਕ ਵਿਚੋਲੇ ਦਾ ਕੰਮ ਕਰਦਾ ਹੈ ਇੱਕ ਕੰਪਨੀ ਅਤੇ ਇੱਕ ਕਸਟਮਰ ਦੇ ਵਿੱਚ। ਅਸੀਂ ਇੱਕ ਛੋਟੀ ਜਿਹੀ ਉਦਾਹਰਨ ਲੈ ਕੇ ਚੱਲਦੇ ਹਾਂ। ਸਮਝ ਲਓ ਤੁਹਾਡੇ ਘਰ ਕੋਈ ਜਿਹੜਾ ਹੈਗਾ ਆ ਸੇਲ ਕਰਨ ਲਈ ਆਉਂਦਾ ਹੈ ਕੋਈ ਵੀ ਵਸਤੂ ਕਿਸੇ ਵੀ ਕੰਪਨੀ ਦਾ। ਬਹੁਤ ਸਾਰੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਡੋਰ ਟੂ ਡੋਰ ਸੈਲ ਵੀ ਕਰਦੀਆਂ, ਜਿਵੇਂ ਕਿ ਐਮਵੇ ਦੇ ਪ੍ਰੋਡਕਟਸ ਆ ਜਾਂਦੇ ਹੈਗੇ ਆ, ਪੁਖਰਾਜ ਇੱਕ ਕੰਪਨੀ ਹੈਗੀ ਹੈ, ਟੱਪਰਵੇਅਰ ਕੰਪਨੀ ਹੈਗੀ ਹੈ। ਸਮਝ ਲਓ ਅਸੀਂ ਐਗਜ਼ਾਮਪਲ ਇੱਕ ਟੱਪਰਵੇਅਰ ਕੰਪਨੀ ਦੀ ਲੈਂਦੇ ਹਾਂ ਜਿਹੜੀ ਕਿ ਇੱਕ ਪਲਾਸਟਿਕ ਦੇ ਪ੍ਰੋਡਕਟਸ ਬਣਾਉਂਦੀ ਹੈਗੀ ਹੈ। ਤੁਸੀਂ ਕੋਈ ਚੀਜ਼ ਖਰੀਦਦੇ ਹੋ, ਠੀਕ ਹੈ, ਉਹ ਡਿਫੈਕਟਡ ਨਿਕਲਦੀ ਹੈ। ਤੁਸੀਂ ਇੱਕ ਬੰਦੇ ਤੋਂ ਚੀਜ਼ ਖਰੀਦੀ, ਉਹ ਡਿਫੈਕਟਡ ਨਿਕਲਦੀ ਹੈ, ਉਹ ਖ਼ਰਾਬ ਨਿਕਲਦੀ ਹੈ, ਤਾਂ ਤੁਸੀਂ ਉਹਨੂੰ ਮੁੜ ਵਾਪਿਸ ਕਰਦੇ ਹੋ। ਉਹ ਬੰਦਾ ਤੁਹਾਡੀ ਚੀਜ਼ ਵਾਪਿਸ ਲੈ ਕੇ ਤੁਹਾਡੀ ਪ੍ਰੋਬਲਮ ਸੋਲਵ ਕਰਦਾ ਹੈ, ਤੁਹਾਨੂੰ ਨਵੀਂ ਚੀਜ਼ ਦਿੰਦਾ ਹੈ ਜਾਂ ਉਸਨੂੰ ਠੀਕ ਕਰਕੇ ਦਿੰਦਾ ਹੈ। ਉਸ ਦੇ ਨਾਲ ਕੀ ਹੁੰਦਾ ਹੈ, ਤੁਹਾਡਾ ਉਸ ਕੰਪਨੀ 'ਤੇ ਵਿਸ਼ਵਾਸ ਬਣਦਾ ਹੈ। ਹਾਲਾਂਕਿ ਤੁਹਾਨੂੰ ਨਹੀਂ ਪਤਾ ਉਹ ਕੰਪਨੀ ਕਿੱਥੇ ਦੀ ਸੀ, ਤੁਸੀਂ ਸਮਾਨ ਖਰੀਦਿਆ ਸੀ ਸਿਰਫ। ਉਹ ਕੰਪਨੀ ਕਿੱਥੇ ਦੀ ਹੈ, ਉਸ ਦਾ ਮਾਲਕ ਕੌਣ ਹੈ, ਤੁਸੀਂ ਉਸ ਬਾਰੇ ਜਾਣਕਾਰ ਨਹੀਂ ਹੋ। ਪਰ ਉਸ ਸੇਲ ਐਸੋਸੀਏਟ ਜਿਹਨੇ ਤੁਹਾਨੂੰ ਆ ਕੇ ਸਮਾਨ ਵੇਚਿਆ ਸੀ ਜਾਂ ਜਿੱਥੇ ਤੁਸੀਂ ਸਮਾਨ ਖਰੀਦਣ ਗਏ ਸੀ ਉੱਥੇ ਉਹਨੇ ਤੁਹਾਨੂੰ ਮੋਟੀਵੇਟ ਕਰਕੇ ਕੁਝ ਸਮਾਨ ਵੇਚਿਆ ਸੀ, ਤੁਹਾਨੂੰ ਅੱਛੀ ਸਰਵਿਸ ਦਿੱਤੀ ਸੀ, ਤੁਹਾਡੇ ਤੱਕ ਸਮਾਨ ਅੱਛੀ ਤਰ੍ਹਾਂ ਪਹੁੰਚਦਾ ਕੀਤਾ ਸੀ। ਤੁਸੀਂ ਉਸ ਸੇਲ ਐਸੋਸੀਏਟ ਦੇ ਕਰਕੇ ਹੀ ਉਸ ਕੰਪਨੀ ਦੇ ਨਾਲ ਜੁੜ ਗਏ ਹੋ। ਸੋ ਇੱਕ ਜਿਹੜਾ ਸੇਲ ਐਸੋਸੀਏਟ ਹੈ ਉਹ ਕੰਪਨੀ ਦਾ ਰੀਪ੍ਰਜੈਂਟੇਟਿਵ ਹੁੰਦਾ ਹੈ ਔਰ ਉਹ ਸੇਲ ਐਸੋਸੀਏਟ ਦੀਆਂ ਜਿਹੜੀਆਂ ਸੇਵਾਵਾਂ ਹੀ ਤੁਹਾਨੂੰ ਕੰਪਨੀ ਦੇ ਨਾਲ ਜੋੜ ਦਿੰਦੀਆਂ ਹਨ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇੱਕ ਸੇਲ ਐਸੋਸੀਏਟ ਇੱਕ ਵਿਚੋਲੇ ਦਾ ਕੰਮ ਕਰਦਾ ਹੈ। ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ ਕਿ ਸੇਲ ਐਸੋਸੀਏਟ ਦੇ ਕੋਲ ਕਿਹੜੇ ਸਕਿੱਲਸ ਅਤੇ ਕੁਆਲੀਫਿਕੇਸ਼ਨਸ ਹੋਣੇ ਚਾਹੀਦੇ ਹਨ। ਹੁਣ ਸੇਲ ਐਸੋਸੀਏਟ ਦੇ ਕੋਲ ਸਭ ਤੋਂ ਪਹਿਲਾਂ ਕਹਿੰਦੇ ਹੈਗੇ ਆ ਕਿ ਇੰਡਸਟਰੀ ਦੀ ਨੌਲੇਜ ਹੋਣੀ ਚਾਹੀਦੀ ਹੈ।
ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਰਕੀਟ ਦੇ ਵਿੱਚ ਕਿਹੜੀ ਵਸਤੂ ਕਿਸ ਰੇਟ 'ਤੇ ਆ ਰਹੀ ਹੈ, ਕਿਉਂਕਿ ਇੱਕ ਵਸਤੂ ਦਾ ਕੰਪੀਟੀਸ਼ਨ ਹੈ। ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੇ ਕੰਪਨੀਆਂ ਹੋਰ ਕੰਮ ਕਰ ਰਹੀਆਂ ਹਨ, ਪੂਰੀ ਇੰਡਸਟਰੀ ਦਾ ਉਹਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਦੂਸਰਾ, ਮਸਟ ਹੈਵ ਕਮਾਂਡ ਓਵਰ ਦ ਲੈਂਗੁਏਜ। ਉਹ ਜਿਹੜੀ ਵੀ ਭਾਸ਼ਾ ਦੇ ਵਿੱਚ ਗੱਲ ਕਰਦਾ ਹੈ, ਚਾਹੇ ਉਹ ਅੰਗਰੇਜ਼ੀ ਦੇ ਵਿੱਚ ਗੱਲ ਕਰਦਾ ਹੈ, ਚਾਹੇ ਉਹ ਪੰਜਾਬੀ ਦੇ ਵਿੱਚ ਗੱਲ ਕਰਦਾ ਹੈ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਗੱਲ ਕਰਦਾ ਹੈ, ਔਰ ਕੋ ਆਪਣੇ ਲੈਂਗੁਏਜ ਦੇ ਉੱਪਰ ਇੱਕ ਕਮਾਂਡ ਹੋਣਾ ਬਹੁਤ ਜ਼ਰੂਰੀ ਹੈ। ਬੀ ਵੈਲ ਵਰਸਡ ਵਿਦ ਦ ਇੰਡਸਟਰੀ ਡਾਇਨਾਮਿਕਸ। ਅਸੀਂ ਇਹ ਪਹਿਲੇ ਵੀ ਸੁਣਿਆ ਕਿ ਇੰਡਸਟਰੀ ਬਾਰੇ ਉਹਨੂੰ ਨੌਲੇਜ ਜਿਹੜੀ ਹੈਗੀ ਆ ਬਹੁਤ ਹੋਣੀ ਚਾਹੀਦੀ ਹੈਗੀ ਹੈ। ਔਰ ਅਗਰ ਉਹਦੇ ਕੋਲ ਕੋਈ ਪੁਰਾਣਾ ਤਜਰਬਾ ਹੈਗਾ ਆ, ਅਗਰ ਉਹਦੇ ਕੋਲ ਕੋਈ ਵੀ ਪੁਰਾਣਾ ਤਜਰਬਾ ਹੈ, ਕਹਿੰਦੇ ਪ੍ਰੀਵੀਅਸ ਐਕਸਪੀਰੀਅੰਸ ਐਜ਼ ਅ ਸੇਲਸ ਪ੍ਰੋਫੈਸ਼ਨਲ ਵਿਲ ਬੀ ਐਨ ਐਡਵਾਂਟੇਜ। ਉਹ ਉਹਨੂੰ ਫਾਇਦਾ ਦੇਗਾ, ਐਡਵਾਂਟੇਜ ਦੇਗਾ, ਕਿਉਂਕਿ ਤਜਰਬਾ ਕਦੇ ਵੀ ਨੁਕਸਾਨ ਨਹੀਂ ਦਿੰਦਾ। ਅਗਰ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਵੀ ਤਜਰਬਾ ਕੀਤਾ ਹੈ, ਤੁਸੀਂ ਕਿਤੇ ਵੀ ਨੌਕਰੀ ਕੀਤੀ ਹੈ, ਉਹ ਕਿਤੇ ਨਾ ਕਿਤੇ ਤੁਹਾਨੂੰ ਫਰੂਟਫੁਲ ਹੀ ਹੁੰਦੀ ਹੈ। ਉਸ ਤੋਂ ਅੱਗੇ ਹੈ ਮਸਟ ਪੋਸੈਸ ਬੇਸਿਕ ਮੈਥਮੈਟੀਕਲ ਸਕਿੱਲਸ। ਮੈਥਮੈਟਿਕਸ ਇੱਕ ਹਰ ਜੌਬ ਦਾ ਹਿੱਸਾ ਹੈ ਔਰ ਇਹ ਬਿਲਕੁਲ ਸਭ ਨੂੰ ਥੋੜ੍ਹਾ ਬਹੁਤ ਆਉਣਾ ਚਾਹੀਦਾ ਹੈ। ਕਹਿੰਦੇ ਇੱਕ ਸੇਲ ਐਸੋਸੀਏਟ ਨੂੰ ਵੀ ਮੈਥਮੈਟੀਕਲ ਸਕਿੱਲਸ ਦੀ ਲੋੜ ਪੈਂਦੀ ਹੈ ਅਤੇ ਉਸਨੂੰ ਮੈਥਮੈਟੀਕਲ ਸਕਿੱਲਸ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਉਹਦਾ ਸੁਭਾਅ ਹੈ ਉਹ ਹੰਬਲ ਹੋਣਾ ਚਾਹੀਦਾ ਹੈ। ਠੀਕ ਹੈ ਨਾ, ਅਡੈਪਟੇਬਲ ਹੋਣਾ ਚਾਹੀਦਾ ਹੈ। ਹੰਬਲ ਅਸੀਂ ਕਹਿ ਸਕਦੇ ਹਾਂ ਕਿ ਪਿਆਰ ਨਾਲ ਵਤੀਰਾ ਕਰੇ। ਅਗਰ ਸਪੋਜ਼ ਕਰੋ ਤੁਹਾਨੂੰ ਕੋਈ ਇਹੋ ਜਿਹਾ ਕਸਟਮਰ ਵੀ ਮਿਲ ਜਾਂਦਾ ਹੈ ਜਿਹੜਾ ਕਿ ਥੋੜ੍ਹਾ ਗੁੱਸੇ ਵਿੱਚ ਹੈ, ਪਰ ਇੱਕ ਸੇਲ ਪਰਸਨਲ ਦੀ ਡਿਊਟੀ ਹੈ ਕਿ ਉਹਨੂੰ ਬੜੇ ਪਿਆਰ ਨਾਲ ਸਮਝਾਉਣਾ ਔਰ ਆਪਣੀ ਗਲਤੀ ਨੂੰ ਫੀਲ ਕਰਨਾ। ਠੀਕ ਹੈ। ਔਰ ਅਡੈਪਟੇਬਲ ਪਰਸਨੈਲਿਟੀ ਤੋਂ ਭਾਵ ਹੈ ਕਿ ਹਰ ਚੇਂਜ ਨੂੰ ਅਡੈਪਟ ਕਰਨਾ। ਸਮਾਂ ਬਦਲਦਾ ਹੈ, ਇੰਡਸਟਰੀ ਬਦਲਦੀ ਹੈ, ਇੰਡਸਟਰੀ ਦੇ ਬਦਲਣ ਦੇ ਨਾਲ ਹਰ ਚੀਜ਼ ਬਦਲਦੀ ਹੈ। ਸੋ ਫਲੈਕਸੀਬਲ ਹੋਣਾ ਚਾਹੀਦਾ ਹੈ, ਰਿਜਿਡ ਨਹੀਂ ਹੋਣਾ ਚਾਹੀਦਾ, ਅਡੈਪਟੇਬਲ ਪਰਸਨੈਲਿਟੀ ਹੋਣੀ ਚਾਹੀਦੀ ਹੈ। ਠੀਕ ਹੈ। ਐਜੂਕੇਸ਼ਨ ਰਿਕੁਆਇਰਮੈਂਟ ਦੇ ਵਿੱਚ ਬੇਸਿਕ ਡਿਗਰੀ ਜਿਹੜੀ ਅਸੀਂ ਹਾਈ ਸਕੂਲ ਤੋਂ ਲੈਂਦੇ ਹਾਂ ਉਹ ਤਾਂ ਚਾਹੀਦੀ ਹੀ ਚਾਹੀਦੀ ਹੈ ਕਿਸੇ ਵੀ ਨੌਕਰੀ ਦੇ ਲਈ। ਉਸ ਦੇ ਨਾਲ ਕੋਈ ਸੇਲਸ ਦੇ ਵਿੱਚ ਡਿਪਲੋਮਾ, ਮਾਰਕੀਟਿੰਗ ਦੇ ਵਿੱਚ ਡਿਪਲੋਮਾ ਜਾਂ ਮਾਰਕੀਟਿੰਗ ਦੇ ਵਿੱਚ ਡਿਗਰੀ ਜਿਹੜੀ ਹੈਗੀ ਹੈ ਉਹ ਲੋੜ ਪੈਂਦੀ ਹੈ ਔਰ ਇਹ ਇੱਕ ਅੱਛਾ ਐਡਵਾਂਟੇਜ ਦਿੰਦੀ ਹੈ ਉਹਨਾਂ ਨੂੰ ਆਪਣੀ ਜੌਬ ਦੇ ਲਈ, ਉਹਨਾਂ ਦੀਆਂ ਸੈਲਰੀਜ਼ ਦੇ ਲਈ। ਠੀਕ ਹੈ। ਉਸ ਤੋਂ ਬਾਅਦ ਸੇਲ ਐਸੋਸੀਏਟ ਦੀ ਜਿਹੜੀ ਡਿਊਟੀ ਬਣਦੀ ਹੈ ਉਹ ਹੈਗੀ ਹੈ ਉਹ ਕਸਟਮਰ ਕੁਐਰੀਜ਼ ਨੂੰ, ਕਸਟਮਰ ਗ੍ਰੀਵੈਂਸਿਸ ਨੂੰ, ਜਾਂ ਅਸੀਂ ਸਿੰਪਲ ਸ਼ਬਦਾਂ ਦੇ ਵਿੱਚ ਕਹਿੰਦੇ ਹਾਂ ਗ੍ਰਾਹਕਾਂ ਦੀਆਂ ਜਿਹੜੀਆਂ ਕੰਪਲੇਂਟਸ ਹਨ, ਠੀਕ ਹੈ ਨਾ, ਉਹਨੂੰ ਸੋਲਵ ਕਰ ਸਕੇ। ਇੰਨਾ ਜ਼ਿਆਦਾ ਉਹਨਾਂ ਕੋਲ ਸਟੈਮਿਨਾ ਹੋਣਾ ਚਾਹੀਦਾ ਹੈ ਅਤੇ ਉਹ ਬਹੁਤ ਟਾਈਮਲੀ ਕਰ ਸਕੇ। ਇਸ ਤਰ੍ਹਾਂ ਨਾ ਹੋਵੇ ਕਿ ਅੱਜ ਕੰਪਲੇਂਟ ਆਈ ਹੈ ਅਤੇ 2 ਮਹੀਨੇ ਬਾਅਦ ਸੋਲਵ ਹੋ ਰਹੀ ਹੈ। ਠੀਕ ਹੈ। ਉਸ ਤੋਂ ਬਾਅਦ ਸੇਲ ਐਸੋਸੀਏਟ ਕੋਲ ਟਾਈਮ ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ ਕਿ ਉਹ ਕਦੇ ਵੀ ਜਿਹੜਾ ਹੈਗਾ ਟਾਈਮ ਕਿਸੇ ਵੀ ਟਾਈਮ 'ਤੇ ਸ਼ਿਫਟ ਲਗਾਉਣ ਲਈ ਤਿਆਰ ਹੈਗਾ ਆ। ਕੁਇਕ ਲਰਨਰ ਹੋਣਾ ਚਾਹੀਦਾ ਆ। ਕੁਇਕ ਲਰਨਰ ਮਤਲਬ ਕਿ ਅਗਰ ਕੁਛ ਨਵਾਂ ਆ ਰਿਹਾ ਆ, ਜਿਵੇਂ ਜਿਵੇਂ ਟਾਈਮ ਬੀਤ ਰਿਹਾ ਆ, ਟੈਕਨੋਲੋਜੀ ਵੱਧ ਰਹੀ ਆ, ਹਰ ਦੂਸਰੇ ਦਿਨ ਨਵੇਂ ਸੌਫਟਵੇਅਰਸ ਆ ਰਹੇ ਆ, ਨਵੀਂ ਟੈਕਨੋਲੋਜੀ ਆ ਰਹੀ ਆ, ਸੇਲ ਐਸੋਸੀਏਟ ਉਸ ਨੂੰ ਸਮਝਣ ਦੇ ਵਿੱਚ ਕਾਬਿਲ ਹੋਣਾ ਚਾਹੀਦਾ ਆ। ਐਂਡ ਅ ਮਾਈਂਡਫੁਲ ਐਂਡ ਅ ਗੁੱਡ ਲਿਸਨਰ, ਇੱਕ ਅੱਛਾ ਲਿਸਨਰ ਹੋਣਾ ਚਾਹੀਦਾ ਆ, ਦੂਸਰੇ ਦੀ ਗੱਲ ਨੂੰ ਅੱਛੀ ਤਰ੍ਹਾਂ ਸੁਣੇ, ਸਮਝੇ ਔਰ ਫਿਰ ਬੋਲੇ। ਇਹ ਕੁਝ ਬੇਸਿਕ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸੇਲ ਐਸੋਸੀਏਟ ਦੇ ਵਿੱਚ ਹੋਣੀਆਂ ਚਾਹੀਦੀਆਂ ਆ। ਇਸ ਤੋਂ ਬਾਅਦ ਅਸੀਂ ਜਿਹੜਾ ਗੱਲ ਕਰਾਂਗੇ ਉਹ ਹੈ ਸੇਲ ਐਸੋਸੀਏਟ ਦੀਆਂ ਡਿਊਟੀਜ਼ ਐਂਡ ਰਿਸਪੋਂਸੀਬਿਲਿਟੀਜ਼ ਕੀ ਬਣਦੀਆਂ ਆ। ਸਭ ਤੋਂ ਪਹਿਲੀ ਬੇਟਾ ਜਿਹੜੀ ਡਿਊਟੀ ਹੈਗੀ ਹੈ ਸੇਲ ਐਸੋਸੀਏਟ ਦੀ, ਜਾਂ ਇੱਕ ਆਮ ਦੁਕਾਨਦਾਰ ਦੀ ਵੀ ਅਸੀਂ ਗੱਲ ਕਰੀਏ, ਅਗਰ ਇੱਕ ਛੋਟੀ ਦੁਕਾਨ ਵੀ ਹੈ, ਇੱਕ ਰਿਟੇਲਰ ਛੋਟਾ ਜਿਹੜਾ ਹੈਗਾ ਦੁਕਾਨ ਖੋਲ੍ਹ ਕੇ ਵੀ ਬੈਠਾ ਹੈਗਾ ਆ, ਜਾਂ ਇੱਕ ਸੇਲ ਐਸੋਸੀਏਟ ਵੀ ਹੈਗਾ ਆ, ਸਭ ਤੋਂ ਪਹਿਲਾਂ ਉਹਨਾਂ ਦੀ ਡਿਊਟੀ ਹੈਗੀ ਆ ਟੂ ਗ੍ਰੀਟ ਦ ਕਸਟਮਰ ਵਿਦ ਅ ਸਮਾਈਲ। ਤੁਸੀਂ ਹਮੇਸ਼ਾ ਹੱਸਦੇ ਹੋਏ, ਮੁਸਕਰਾਉਂਦੇ ਹੋਏ ਚਿਹਰੇ ਦੇ ਨਾਲ ਅਗਰ ਤੁਸੀਂ ਗ੍ਰਾਹਕ ਦਾ ਵੈਲਕਮ ਕਰੋਗੇ, ਗ੍ਰਾਹਕ ਤੁਹਾਡੇ ਕੋਲੋਂ ਕੁਛ ਨਾ ਕੁਛ ਤੁਹਾਡੇ ਜਿਹੜੀ ਸ਼ੌਪ ਹੈਗੀ ਉਹ ਤੋਂ ਜ਼ਰੂਰ ਲੈ ਕੇ ਜਾਏਗਾ, ਤੁਹਾਡੇ ਸਟੋਰ ਤੋਂ ਕੁਛ ਨਾ ਕੁਛ ਜ਼ਰੂਰ ਲੈ ਕੇ ਜਾਏਗਾ। ਹਰ ਇੱਕ ਇਨਸਾਨ ਇੱਕ ਵੈਲਕਮਿੰਗ ਨੇਚਰ ਜਿਹੜਾ ਹੈਗਾ ਆ ਉਹ ਅੱਛਾ ਫੀਲ ਕਰਦਾ ਹੈ ਅਗਰ ਵੈਲਕਮ ਹੁੰਦਾ ਆ। ਠੀਕ ਹੈ ਨਾ। ਸੋ ਪਹਿਲੀ ਜਿਹੜੀ ਜ਼ਿੰਮੇਵਾਰੀ ਇੱਕ ਬਣਦੀ ਹੈਗੀ ਆ ਸੇਲ ਐਸੋਸੀਏਟ ਦੀ, ਦੈਟ ਇਜ਼ ਟੂ ਵੈਲਕਮ ਦ ਕਸਟਮਰ ਵਿਦ ਅ ਸਮਾਈਲ। ਸੈਕਿੰਡ ਹੈਗਾ ਆ ਬਿਲਡਿੰਗ ਇਨ ਡੈਪਥ ਨੌਲੇਜ ਆਫ ਦ ਪ੍ਰੋਡਕਟ। ਹੁਣ ਇੱਕ ਸੇਲ ਐਸੋਸੀਏਟ ਜਿਹੜਾ ਹੈਗਾ ਉਹਦੇ ਕੋਲ ਜਿਹੜੀ ਵਸਤੂ ਉਹ ਵੇਚ ਰਿਹਾ ਉਹਦੀ ਡੀਪ ਨੌਲੇਜ ਹੋਣੀ ਚਾਹੀਦੀ ਹੈਗੀ ਆ।
बहुत ज़्यादा डीप नॉलेज होनी चाहिए ताकि कोई भी अगर जिहड़ा कस्टमर ਉਹਦੇ ਕੋਲ ਕੋਈ ਕੁਐਸਚਨ ਪੁੱਛਦਾ ਹੈਗਾ ਆ ਉਹ ਉਸਦਾ ਜਵਾਬ ਦੇ ਸਕੇ। ਉਸ ਤੋਂ ਬਾਅਦ ਹੈਗਾ ਆ ਕਿ ਅਗਰ ਕੋਈ ਵੀ ਜਿਹੜੇ ਉਹ ਵਸਤੂਆਂ ਹੈਗੀਆਂ ਪ੍ਰੋਡਕਟਸ ਹੈਗੇ ਆ ਉਹਦੇ 'ਚ ਮੋਡੀਫਿਕੇਸ਼ਨ ਹੁੰਦੀ ਆ, ਕੋਈ ਨਵੇਂ ਫੀਚਰਸ ਆਉਂਦੇ ਆ। ਇੱਕ ਸਿੰਪਲ ਜਿਹੀ ਉਦਾਹਰਨ ਲੈ ਲੈਂਦੇ ਹਾਂ, ਮੋਬਾਈਲ ਫੋਨ ਦਾ ਹਰ ਦੂਸਰੇ ਦਿਨ ਮੋਬਾਈਲ ਫੋਨ ਦੇ ਵਿੱਚ ਨਵੇਂ ਫੀਚਰਸ ਆ ਰਹੇ ਆ, ਠੀਕ ਹੈ ਨਾ। ਅਗਰ ਉਹ ਸੇਲ ਐਸੋਸੀਏਟ ਨੂੰ ਹੀ ਨਹੀਂ ਪਤਾ ਹੋਏਗਾ ਜਿਹੜਾ ਉਹ ਵੇਚ ਰਿਹਾ ਹੈਗਾ ਆ ਤਾਂ ਉਹ ਗਲਤ ਹੋ ਜਾਏਗਾ। ਇਸ ਕਰਕੇ ਜਿਹੜੇ ਵੀ ਕੋਈ ਨਵੇਂ ਮੋਡੀਫਿਕੇਸ਼ਨਸ ਆਉਂਦੀਆਂ ਪ੍ਰੋਡਕਟਸ ਦੇ ਵਿੱਚ, ਨਵੇਂ ਫੀਚਰਸ ਆਉਂਦੇ ਆ, ਨਵੀਂ ਟੈਕਨੋਲੋਜੀ ਆਉਂਦੀ ਆ, ਉਹਦੇ ਬਾਰੇ ਜਿਹੜੇ ਸੇਲ ਐਸੋਸੀਏਟ ਆ ਉਹਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ। ਉਸ ਤੋਂ ਬਾਅਦ ਕਸਟਮਰਸ ਨੂੰ ਉਹਨੂੰ ਇਨ ਡੈਪਥ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ, ਮਤਲਬ ਜਾਣਕਾਰੀ ਦੇਣਾ ਅੱਛੀ ਤਰ੍ਹਾਂ ਹਰ ਪ੍ਰੋਡਕਟ ਦੀ ਔਰ ਅੱਛੀ ਤਰ੍ਹਾਂ ਉਹਨਾਂ ਨੂੰ ਸਮਝਾਉਣਾ। ਅਗਰ ਹੋ ਸਕੇ ਉਸ ਵਸਤੂ ਦੀ ਡੈਮੋਨਸਟ੍ਰੇਸ਼ਨ ਦੇਣਾ। ਡੈਮੋਨਸਟ੍ਰੇਸ਼ਨ ਤੋਂ ਭਾਵ ਉਹਨੂੰ ਚਲਾ ਕੇ ਦਿਖਾਉਣਾ, ਉਹਨੂੰ ਯੂਜ਼ ਕਰਕੇ ਦਿਖਾਉਣਾ। ਅਤੇ ਟੂਰ ਆਫ ਦ ਫੀਚਰਸ, ਟੂਰ ਆਫ ਦ ਫੀਚਰਸ ਮੀਨਸ ਕਿ ਉਹਨਾਂ ਨੂੰ ਹਰ ਇੱਕ ਫੀਚਰ ਦਿਖਾਉਣਾ, ਟੂਰ ਕਰਾਉਣਾ ਪੂਰੇ ਪ੍ਰੋਡਕਟ ਦਾ ਕਿ ਇਹਦੇ 'ਚ ਇਹ ਹੈ, ਇਹਦੇ 'ਚ ਇਹ ਹੈ ਅਤੇ ਇਹਦੇ ਵਿੱਚ ਇਹ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ ਇਹ ਇੱਕ ਸੇਲ ਐਸੋਸੀਏਟ ਦੀਆਂ ਜ਼ਿੰਮੇਵਾਰੀਆਂ ਹੈਗੀਆਂ ਆ। ਉਸ ਤੋਂ ਬਾਅਦ ਉਹਨਾਂ ਦੀਆਂ ਨੀਡਸ ਨੂੰ ਜਾਣਨਾ, assessing the needs of the customers and guiding them through their queries or issues। ਇਹ ਸੇਲ ਐਸੋਸੀਏਟ ਦੀ ਹੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਗਾਈਡ ਕਰਨਾ, ਉਹਨਾਂ ਦੀਆਂ ਕੁਐਰੀਜ਼, ਉਹਨਾਂ ਦੇ ਕੁਐਸ਼ਚਨਸ ਨੂੰ ਸੋਲਵ ਕਰਨਾ, ਠੀਕ ਹੈ। ਉਸ ਤੋਂ ਬਾਅਦ ਇੱਕ SOP ਤਿਆਰ ਕਰਨਾ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਤਿਆਰ ਕਰਨਾ ਹਰ ਸੇਲ ਪ੍ਰੋਸੈਸ ਨੂੰ ਕੈਰੀ ਕਰਨ ਲਈ, ਠੀਕ ਹੈ। ਉਸ ਤੋਂ ਬਾਅਦ ਡੇਲੀ ਜਿਹੜੀ ਐਕਟੀਵਿਟੀਜ਼ 'ਚ ਪਾਰਟੀਸਪੇਟ ਕਰਨਾ, ਕਸਟਮਰਸ ਦੇ ਨਾਲ ਕੋਆਪਰੇਟ ਕਰਨਾ, ਸਪੋਰਟ ਕਰਨਾ ਆਪਣੀ ਟੀਮ ਨੂੰ, ਇਹ ਸਾਰਾ ਸੇਲ ਐਸੋਸੀਏਟ ਦਾ ਕੰਮ ਹੈ। ਅਗਰ ਅਸੀਂ ਅੱਗੇ ਚੱਲਦੇ ਹਾਂ, ਥੋੜ੍ਹਾ ਡੀਪਲੀ ਜਾਂਦੇ ਹਾਂ ਤਾਂ ਇੱਕ ਪੁਆਇੰਟ ਹੈ ਐਕਟਿਵਲੀ ਜਨਰੇਟਿੰਗ ਨਿਊ ਲੀਡਸ ਐਂਡ ਕਲੋਜ਼ ਸੇਲ। ਨਿਊ ਲੀਡ ਤੋਂ ਭਾਵ ਹੈ ਬੇਟਾ ਜਦੋਂ ਅਸੀਂ ਕਿਸੇ ਇੱਕ ਨਵੇਂ ਗ੍ਰਾਹਕ ਨਾਲ ਮਿਲੇ, ਠੀਕ ਹੈ, ਮੇਰੀ ਦੁਕਾਨ 'ਤੇ ਜਾਂ ਮੇਰੇ ਮੋਲ 'ਚ ਜਾਂ ਮੇਰੇ ਇੱਕ ਰਿਟੇਲ ਸਟੋਰ ਦੇ ਵਿੱਚ ਕੋਈ ਆਇਆ, ਇੱਕ ਨਵਾਂ ਕਸਟਮਰ ਆਇਆ, ਉਹ ਮੇਰੇ ਲਈ ਇੱਕ ਨਿਊ ਲੀਡ ਹੈ। ਉਹ ਇੱਕ ਮੇਰੇ ਲਈ ਨਿਊ ਕਸਟਮਰ, ਇੱਕ ਨਿਊ ਲੀਡ ਹੈ ਔਰ ਅਸੀਂ ਰਿਟੇਲ 'ਚ ਉਹਨੂੰ ਇੱਕ ਕਹਿੰਦੇ ਹਾਂ ਕਿ ਅਸੀਂ ਲੀਡ ਇਨਪੁਟ ਕੀਤੀ ਹੈ, ਠੀਕ ਹੈ। ਉਸ ਲੀਡ ਨੂੰ ਅਸੀਂ ਕਲੋਜ਼ ਸੇਲ ਉਸ ਟਾਈਮ ਕਰਾਂਗੇ ਜਦੋਂ ਉਹ ਬੰਦਾ ਸਾਡੇ ਕੋਲ ਆਇਆ, ਉਹਨੇ ਸਮਾਨ ਖਰੀਦਿਆ ਔਰ ਅਸੀਂ ਉਹਨੂੰ ਸਮਾਨ ਖਰੀਦ ਕੇ ਬਿੱਲ ਦੇ ਕੇ ਸਮਾਨ ਦੇ ਕੇ ਭੇਜਦਾ, ਉਹ ਸੇਲ ਕਲੋਜ਼ ਕਰਤੀ। ਇਸ ਦਾ ਮਤਲਬ ਹੈ ਕਲੋਜ਼ ਸੇਲ ਕਰਨਾ। ਨਿਊ ਲੀਡ ਮੀਨਸ ਨਿਊ ਕਸਟਮਰ, ਕਲੋਜ਼ਿੰਗ ਸੇਲ ਮੀਨਸ ਸੈਲਿੰਗ ਆਫ ਦ ਪ੍ਰੋਡਕਟਸ, ਠੀਕ ਹੈ। ਅਸੀਂ ਇਹ ਚੀਜ਼ਾਂ ਵੀਕਲੀ, ਮੰਥਲੀ, ਕੁਆਟਰਲੀ, ਐਨੂਅਲੀ ਸੇਲ ਰਿਪੋਰਟ ਜਿਹੜੀ ਹੈਗੀ ਆ ਬਣਾਉਂਦੇ ਹਾਂ ਕਿ ਇਸ ਮਹੀਨੇ ਸਾਡੇ ਕੋਲ ਕਿੰਨੀਆਂ ਨਵੀਆਂ ਲੀਡਸ ਆਈਆਂ, ਕਿੰਨੀਆਂ ਅਸੀਂ ਨਵੀਆਂ ਲੀਡਸ ਕਲੋਜ਼ ਕੀਤੀਆਂ, ਕਿੰਨੀਆਂ ਨਹੀਂ ਕਲੋਜ਼ ਹੋ ਪਾਈਆਂ। ਮਤਲਬ ਕਿਹੜੇ ਕਸਟਮਰ ਸਾਡੇ ਤੋਂ ਮੋਟੀਵੇਟ ਨਹੀਂ ਹੋ ਪਾਏ ਜਾਂ ਜਿਹੜੇ ਕਸਟਮਰ ਸਾਡੇ ਕੋਲੋਂ ਸਮਾਨ ਨਹੀਂ ਖਰੀਦ ਪਾਏ, ਠੀਕ ਹੈ, ਉਹ ਜਿਹੜੀਆਂ ਲੀਡਸ ਸਾਡੀਆਂ ਕਲੋਜ਼ ਨਹੀਂ ਹੋ ਪਾਉਂਦੀਆਂ। ਜਿਹੜੀਆਂ ਲੀਡਸ ਕਲੋਜ਼ ਹੁੰਦੀਆਂ ਹੈ ਮਤਲਬ ਕਿ ਉਹ ਕਸਟਮਰ ਸਾਡੇ ਨਾਲ ਜੁੜ ਚੁੱਕੇ ਹੁੰਦੇ ਆ, ਠੀਕ ਹੈ। ਇਹ ਸਾਰੇ ਕੰਮ ਬੇਸਿਕਲੀ ਕਿਹਦੇ ਹੈਗੇ ਆ? ਸੇਲ ਐਸੋਸੀਏਟ ਦੇ ਹੈਗੇ ਆ। ਦੇਖੋ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਇੱਕ ਸੇਲ ਐਸੋਸੀਏਟ ਹੈਗਾ ਆ ਉਹ ਇੱਕ ਫਰੰਟ ਫੁੱਟ 'ਤੇ ਕੰਮ ਕਰਦਾ ਹੈ ਕਿਉਂਕਿ ਉਹ ਡਾਇਰੈਕਟਲੀ ਡੀਲ ਕਰਦਾ ਹੈ ਕਸਟਮਰਸ ਨੂੰ, ਉਹਨਾਂ ਨੂੰ ਗੁੱਡਸ ਦਿੰਦਾ ਆ, ਸਰਵਿਸਿਜ਼ ਦਿੰਦਾ ਆ, ਉਹਨਾਂ ਦੀਆਂ ਪ੍ਰੋਬਲਮਸ ਨੂੰ ਸੁਣਦਾ ਆ, ਕੁਐਰੀਜ਼ ਨੂੰ ਸੁਣਦਾ ਆ ਅਤੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਦਾ ਆ, ਠੀਕ ਹੈ। ਇਹ ਸਾਰੀਆਂ ਜਿਹੜੀਆਂ ਡਿਊਟੀਜ਼ ਹੈਗੀਆਂ ਆ ਇਹ ਹੈਗੀਆਂ ਇੱਕ ਸੇਲ ਐਸੋਸੀਏਟ ਦੀਆਂ। ਸੋ ਪਿੱਛੇ ਅਸੀਂ ਸਭ ਕੁਝ ਪੜ੍ਹ ਲਿਆ ਹੈ ਕਿ ਸੇਲ ਐਸੋਸੀਏਟ ਦੇ ਜੋਬ ਰੋਲਸ ਜਾਂ ਜੋਬ ਰਿਸਪੋਂਸੀਬਿਲਿਟੀਜ਼ ਕਿਹੜੀਆਂ ਹੁੰਦੀਆਂ ਹੈਗੀਆਂ ਨੇ। ਹੁਣ ਅਸੀਂ ਇੱਕ ਵਾਰ ਦੁਬਾਰਾ ਗੋ ਥਰੂ ਕਰ ਲੈਂਦੇ ਹਾਂ ਇੱਕ ਸ਼ਾਰਟ ਸਮਰੀ ਦੇ ਵਿੱਚ ਕਿ ਇੱਕ ਸੇਲ ਐਸੋਸੀਏਟ ਇੱਕ ਫਰੈਂਡਲੀ ਨੇਚਰ ਦੇਵੇ, ਫਾਸਟ ਸਰਵਿਸਿਜ਼ ਦੇਵੇ ਆਪਣੇ ਕਲਾਇੰਟਸ ਨੂੰ ਅਤੇ ਉਹਨਾਂ ਨੂੰ ਹਰ ਜਿਹੜੀ ਪ੍ਰੋਬਲਮ ਦੇ ਵਿੱਚ ਅਸਿਸਟ ਕਰੇ, ਠੀਕ ਹੈ। ਉਸ ਤੋਂ ਬਾਅਦ ਉਸ ਕੋਲ ਪ੍ਰੋਡਕਟ ਨੌਲੇਜ ਹੋਣੀ ਚਾਹੀਦੀ ਹੈ, ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਅਤੇ ਇੰਟਾਇਰ ਇੰਡਸਟਰੀ ਦੀ ਨੌਲੇਜ ਹੋਣੀ ਚਾਹੀਦੀ ਹੈ। ਉਹਦਾ ਨੇਚਰ ਹਮੇਸ਼ਾ ਵੈਲਕਮਿੰਗ ਹੋਣਾ ਚਾਹੀਦਾ ਹੈ, ਉਹ ਕੁਆਲੀਫਾਈਡ ਹੋਣਾ ਚਾਹੀਦਾ ਹੈ ਅਤੇ ਉਹ ਇੱਕ ਕਲੋਜ਼ ਟੱਚ ਦੇ ਵਿੱਚ ਹੋਣਾ ਚਾਹੀਦਾ ਹੈ ਆਪਣੇ ਕਸਟਮਰਸ 'ਤੇ, ਠੀਕ ਹੈ। ਉਸ ਤੋਂ ਬਾਅਦ ਇੱਕ ਸੇਲ ਐਸੋਸੀਏਟ ਜਿਹੜਾ ਹੈਗਾ ਆ ਉਹ ਕੋਲ ਸਟਾਕ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੋਲ ਕਿੰਨਾ ਸਟਾਕ ਪਿਆ ਹੈ, ਕਿੰਨਾ ਘੱਟ ਹੈ ਔਰ ਜੋ ਸਮਾਨ ਪਿਆ ਹੈ ਉਹ ਕਲੀਨ ਹੈ ਜਾਂ ਨਹੀਂ ਹੈ। ਸ਼ੋਪਿੰਗ ਦੇ ਜਿਹੜਾ ਉਹਦਾ ਐਕਸਪੀਰੀਅੰਸ ਹੈ, ਸ਼ੋਪਿੰਗ ਐਕਸਪੀਰੀਅੰਸ ਹੈ ਇੱਕ ਕਸਟਮਰ ਦਾ, ਉਹ ਸਭ ਤੋਂ ਵਧੀਆ ਹੋਵੇ, ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ। ਹੁਣ ਅਸੀਂ ਅੱਗੇ ਪੜ੍ਹਦੇ ਹਾਂ ਕਿ ਇੱਕ ਜਿਹੜਾ ਸੇਲ ਰਿਪਰੈਜ਼ੈਂਟੇਟਿਵ ਹੈ, ਚਾਹੇ ਉਹ ਸੇਲ ਰਿਪਰੈਜ਼ੈਂਟੇਟਿਵ ਹੈ, ਸੇਲ ਐਸੋਸੀਏਟ ਹੈ, ਸੇਲ ਟ੍ਰੇਨੀ ਹੈ ਜਾਂ ਸੇਲਸਮੈਨ ਹੈ,
ਉਹ ਕਿਵੇਂ ਦੇ ਹੋਣੇ ਚਾਹੀਦੇ, ਉਹਨਾਂ ਦਾ ਇੱਕ ਦਿਨ ਦਾ ਜਿਹੜਾ ਸ਼ਡਿਊਲ ਹੈ ਉਹ ਕੀ ਸੋਚ ਕੇ ਪ੍ਰਿਪੇਅਰ ਹੋ ਕੇ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉਹ ਇੱਕ ਕ੍ਰਿਟੀਕਲ ਥਿੰਕਰ ਹੋਣੇ ਚਾਹੀਦੇ ਹੈ। ਕ੍ਰਿਟੀਕਲ ਥਿੰਕਰ 'ਚ ਬੇਟਾ 3 ਸਟੈਪਸ ਹੁੰਦੇ ਆ ਬੇਸਿਕਲੀ। ਸਭ ਤੋਂ ਪਹਿਲਾਂ ਪ੍ਰੋਬਲਮ, ਸੈਕੰਡ ਇਜ਼ ਥਿੰਕਿੰਗ ਐਂਡ ਥਰਡ ਇਜ਼ ਅ ਸੋਲਿਊਸ਼ਨ। ਠੀਕ ਹੈ, ਸਭ ਤੋਂ ਪਹਿਲਾਂ ਇੱਕ ਪ੍ਰੋਬਲਮ ਆਈ, ਉਹਨੇ ਉਹਦੇ ਬਾਰੇ ਸੋਚਿਆ ਅਤੇ ਉਹਦਾ ਹੱਲ ਕਰ ਦਿੱਤਾ, ਸੋਲਿਊਸ਼ਨ ਕਰ ਦਿੱਤਾ, ਦੈਟ ਇਜ਼ ਕਾਲਡ ਅ ਕ੍ਰਿਟੀਕਲ ਥਿੰਕਰ। ਮਤਲਬ ਕੰਮ ਨੂੰ ਅਸੀਂ ਲਟਕਾਉਣਾ ਹੀ ਨਹੀਂ ਹੈ। ਪ੍ਰੋਬਲਮ ਆਈ, ਸੋਚਿਆ, ਸੋਲਵ ਕਰ ਦਿੱਤਾ, ਦੈਟ ਇਜ਼ ਅ ਕ੍ਰਿਟੀਕਲ ਥਿੰਕਰ। ਸੇਲ ਐਸੋਸੀਏਟ ਇੱਕ ਕ੍ਰਿਟੀਕਲ ਥਿੰਕਰ ਹੋਣਾ ਚਾਹੀਦਾ ਹੈ। ਨੈਕਸਟ ਹੈਗਾ ਹੈ ਕਸਟਮਰ ਸਰਵਿਸ ਸਕਿੱਲ। ਇਹ ਤਾਂ ਬੇਸਿਕ ਚੀਜ਼ ਹੈ ਜਿਹੜੀ ਇੱਕ ਉਹਦੇ ਕੋਲ ਹੋਣੀ ਚਾਹੀਦੀ ਹੈ ਕਿ ਕਸਟਮਰ ਨੂੰ ਸਰਵਿਸ ਕਿੱਦਾਂ ਦੇਣੀ ਹੈ, ਕਸਟਮਰ ਨਾਲ ਇਨ ਟੱਚ ਕਿੱਦਾਂ ਰਹਿਣਾ ਹੈ, ਕਸਟਮਰ ਨੂੰ ਅਸੀਂ ਕਿੱਦਾਂ ਆਪਣੇ ਨਾਲ ਜੋੜ ਕੇ ਰੱਖਣਾ ਹੈ। ਵਰਬਲ ਕਮਿਊਨੀਕੇਸ਼ਨ, ਵਰਬਲ ਮਤਲਬ ਬੋਲਣਾ, ਅਸੀਂ ਸਭ ਨੇ ਪੜ੍ਹਿਆ ਹੋਇਆ ਹੈ ਬੋਲੀ ਰਾਹੀਂ ਸੰਚਾਰ। ਠੀਕ ਹੈ, ਔਰ ਵਰਬਲ ਕਮਿਊਨੀਕੇਸ਼ਨ ਸਕਿੱਲ, ਕਿਸੇ ਨਾਲ ਗੱਲਬਾਤ ਕਰਨ ਦਾ ਤਰੀਕਾ ਅਗਰ ਵਧੀਆ ਹੋਵੇਗਾ ਤਾਂ ਕਸਟਮਰ ਖੁਦ ਬ ਖੁਦ ਤੁਹਾਡੇ ਕੋਲ ਆਏਗਾ। ਅਗਰ ਇੱਕ ਦੁਕਾਨਦਾਰ ਅੱਛੀ ਤਰ੍ਹਾਂ ਗੱਲ ਨਹੀਂ ਕਰਦਾ ਹੈ ਤਾਂ ਗ੍ਰਾਹਕ ਉਸ ਦੀ ਦੁਕਾਨ 'ਤੇ ਨਹੀਂ ਜਾਂਦਾ ਹੈ। ਠੀਕ ਹੈ ਨਾ, ਅਗਰ ਇੱਕ ਗ੍ਰਾਹਕ ਦੁਕਾਨ 'ਤੇ ਕਿਸੇ ਦੇ ਜਾਂਦਾ ਹੈ, ਕਿਸੇ ਸਟੋਰ 'ਤੇ ਜਾਂਦਾ ਹੈ, ਕਿਸੇ ਬ੍ਰਾਂਡ 'ਤੇ ਜਾਂਦਾ ਹੈ ਤਾਂ ਉਹਦਾ ਕਾਰਨ ਇਹ ਹੈ ਕਿਉਂਕਿ ਉਹਨੂੰ ਇੱਕ ਅੱਛੀ ਵੈਲਕਮਿੰਗ, ਇੱਕ ਅੱਛੀ ਕਮਿਊਨੀਕੇਸ਼ਨ ਸਕਿੱਲਸ ਵਾਲਾ ਬੰਦਾ, ਇੱਕ ਅੱਛੀ ਕ੍ਰਿਟੀਕਲ ਥਿੰਕਿੰਗ ਵਾਲਾ ਬੰਦਾ ਮਿਲਦਾ ਹੈ, ਜਾਂ ਉਹਨੂੰ ਇੱਕ ਅੱਛੀ ਕਸਟਮਰ ਸਰਵਿਸ ਉੱਥੋਂ ਮਿਲਦੀ ਹੈ। ਪ੍ਰੈਜੈਂਟੇਸ਼ਨ ਸਕਿੱਲਸ ਹੁੰਦਾ ਹੈ ਸਮਾਨ ਨੂੰ ਅੱਛੀ ਤਰ੍ਹਾਂ ਲਗਾਉਣਾ ਜਾਂ ਗੱਲਬਾਤ ਨਾਲ ਅੱਛੀ ਤਰ੍ਹਾਂ ਪ੍ਰੈਜ਼ੈਂਟ ਕਰਨਾ। ਉਹ ਸਾਰੇ ਸਕਿੱਲਸ ਇੱਕ ਜਿਹੜੇ ਸੇਲ ਐਸੋਸੀਏਟ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ। ਠੀਕ ਹੈ, ਜੌਬ ਸਕਿੱਲਸ ਐਂਡ ਰਿਕੁਆਇਰਮੈਂਟਸ ਬਾਰੇ ਵੀ ਅਸੀਂ ਪੜ੍ਹ ਚੁੱਕੇ ਹਾਂ ਕਿ ਕਸਟਮਰ ਸਰਵਿਸ ਸਕਿੱਲ ਹੋਣੀ ਚਾਹੀਦੀ ਹੈ, ਕਮਿਊਨੀਕੇਸ਼ਨ ਸਕਿੱਲ ਹੋਣੀ ਚਾਹੀਦੀ ਹੈ, ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ, ਮਤਲਬ ਕਿ ਅਡੈਪਟੇਬਲ ਨੇਚਰ ਹੋਣਾ ਚਾਹੀਦਾ ਹੈ, ਰਿਜਿਡ ਨਹੀਂ ਹੋਣਾ ਚਾਹੀਦਾ। ਉਹ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਮੈਂ 8 ਤੋਂ 9 ਹੀ ਆਵਾਂਗਾ ਨਾ। ਅਗਰ ਉਹਨੂੰ ਰਾਤ ਨੂੰ ਬੁਲਾਇਆ ਜਾਵੇ, ਸਵੇਰ ਨੂੰ ਬੁਲਾਇਆ ਜਾਵੇ, ਦੁਪਹਿਰ ਨੂੰ ਬੁਲਾਇਆ ਜਾਵੇ, ਹੀ ਸ਼ੁੱਡ ਬੀ ਔਰ ਸ਼ੀ ਸ਼ੁੱਡ ਬੀ ਫਲੈਕਸੀਬਲ ਇਨਫ ਟੂ ਕਮ। ਠੀਕ ਹੈ ਨਾ। ਨੈਕਸਟ ਹੈਗਾ ਆ ਕਿ ਬੀਇੰਗ ਏਬਲ ਟੂ ਕਮ ਬੈਕ ਇਫ ਅ ਸੇਲ ਇਜ਼ ਲੋਸਟ ਵਿਲ ਬੀ ਇੰਪੋਰਟੈਂਟ ਫॉर ਦਿਸ ਜੌਬ। ਠੀਕ ਹੈ ਨਾ। ਨੈਕਸਟ ਅਸੀਂ ਆਉਂਦੇ ਹਾਂ ਕਨਕਲੂਜਨ 'ਤੇ, ਕਿਉਂਕਿ ਕਹਿੰਦੇ ਕਨਕਲੂਡ ਅਸੀਂ ਕੀ ਕਰਾਂਗੇ। ਅਸੀਂ ਸਿੰਪਲ ਜੇ ਸਿੱਖਿਆ ਇੱਕ ਸੇਲ ਐਸੋਸੀਏਟ ਕੀ ਹੈ, ਕਹਿੰਦੇ ਹੀ ਇਜ਼ ਰਿਸਪੋਂਸੀਬਲ, ਹੀ ਇਜ਼ ਟੋਟਲੀ ਰਿਸਪੋਂਸੀਬਲ ਫॉर ਸੈਲਿੰਗ ਆਲ ਦੀ ਪ੍ਰੋਡਕਟਸ ਐਂਡ ਸਰਵਿਸਿਜ਼ ਟੂ ਦ ਕਸਟਮਰਸ। ਉਹ ਇੱਕ ਐਂਡ ਬੰਦਾ ਹੈ ਜਿਹੜਾ ਸਿੱਧਾ ਕਸਟਮਰ ਦੇ ਨਾਲ ਡੀਲ ਕਰਦਾ ਹੈ ਅਤੇ ਉਹ ਕੰਪਨੀ ਨੂੰ ਪ੍ਰੈਜ਼ੈਂਟ ਕਰਦਾ ਹੈ। ਠੀਕ ਹੈ, ਉਸ ਤੋਂ ਬਾਅਦ ਕਹਿੰਦੇ ਜਿਹੜਾ ਹੈਗਾ ਇਹ ਡਾਇਰੈਕਟ ਪੁਆਇੰਟ ਆਫ ਕੰਟੈਕਟ ਹੁੰਦਾ ਹੈ ਕਸਟਮਰ ਔਰ ਕੰਪਨੀ ਦੇ ਵਿੱਚ। ਠੀਕ ਹੈ ਨਾ। ਔਰ ਇਸ ਲਈ ਇੱਕ ਸੇਲ ਐਸੋਸੀਏਟ ਇੱਕ ਕੰਪਨੀ ਦੀਆਂ ਨੀਡਸ ਨੂੰ, ਕਸਟਮਰ ਦੀਆਂ ਨੀਡਸ ਨੂੰ ਆਫਰ ਕਰਦਾ ਹੈ, ਕੰਪਲੀਟ ਕਰਦਾ ਹੈ, ਪੂਰੀਆਂ ਕਰਦਾ ਹੈ ਅਤੇ ਉਹਦੀਆਂ ਜਿਹੜੀਆਂ ਵੀ ਪ੍ਰੋਬਲਮਸ ਹਨ ਉਹਨੂੰ ਸੋਲਵ ਕਰਨ ਦੇ ਵਿੱਚ ਹੈਲਪ ਕਰਦਾ ਹੈ। ਇਸ ਦੇ ਨਾਲ ਹੀ ਅਸੀਂ ਇਸ ਟੌਪਿਕ ਨੂੰ ਸਮਝ ਪਾਏ ਹੋਵਾਂਗੇ ਕਿ ਇੱਕ ਸੇਲ ਐਸੋਸੀਏਟ ਕੀ ਹੈ, ਉਹਦੀਆਂ ਸਕਿੱਲਸ ਐਂਡ ਰਿਕੁਆਇਰਮੈਂਟਸ ਕੀ ਹਨ ਔਰ ਉਹਦੀਆਂ ਡਿਊਟੀਜ਼ ਐਂਡ ਰਿਸਪੋਂਸੀਬਿਲਿਟੀਜ਼ ਜਿਹੜੀਆਂ ਹਨ ਉਹ ਕੀ ਹਨ। ਥੈਂਕ ਯੂ।